ਜੇਕਰ ਅਸੀਂ ਭਾਰਤ ਦੀ ਸਿਆਸਤ ਦਾ ਭਵਿੱਖ ਸਮਝਣਾ ਹੈ ਤਾਂ ਸਾਨੂੰ ਕਿੱਥੇ ਦੇਖਣਾ ਚਾਹੀਦਾ ਹੈ? ਕਿਸੇ ਵੱਡੇ ਮਹਾਨਗਰ ਵੱਲ ਜਾਂ ਸੰਸਦ ਦੇ ਗਲਿਆਰਿਆਂ ਵੱਲ? ਸ਼ਾਇਦ ਨਹੀਂ। ਅਸਲ ਜਵਾਬ ਪੰਜਾਬ ਦੇ ਇੱਕ ਹਲਕੇ ਫਗਵਾੜਾ ਵਿੱਚ ਛੁਪਿਆ ਹੋ ਸਕਦਾ ਹੈ। ਆਓ ਇਸ ਦਿਲਚਸਪ ਸਿਆਸੀ ਕਹਾਣੀ ਦੀ ਤਹਿ ਤੱਕ ਚੱਲੀਏ। ਇਹ ਕਹਾਣੀ ਹੈ ਫਗਵਾੜਾ ਦੀ, ਪਰ ਇਹ ਸਿਰਫ ਇੱਕ ਹਲਕੇ ਦੀ ਕਹਾਣੀ ਨਹੀਂ, ਇਹ ਇੱਕ ਸ਼ੀਸ਼ਾ ਹੈ ਜਿਸ ਵਿੱਚ ਸਾਨੂੰ ਪੂਰੇ ਦੇਸ਼ ਵਿੱਚ ਹੋ ਰਹੀਆਂ ਵੱਡੀਆਂ ਸਿਆਸੀ ਤਬਦੀਲੀਆਂ ਦੀ ਝਲਕ ਮਿਲਦੀ ਹੈ। ਇੱਥੇ ਜੋ ਹੋ ਰਿਹਾ ਹੈ ਉਹ ਆਉਣ ਵਾਲੀ ਸਿਆਸਤ ਦੀ ਨਵੀਂ ਤਸਵੀਰ ਬਣਾ ਰਿਹਾ ਹੈ। 2712 ਇਹ ਸਿਰਫ ਇੱਕ ਨੰਬਰ ਨਹੀਂ ਹੈ, ਇਹ ਉਹ ਫਾਸਲਾ ਹੈ, ਉਹਨਾਂ ਵੋਟਾਂ ਦਾ ਫਰਕ ਜਿਸ ਨੇ 2022 ਵਿੱਚ ਫਗਵਾੜਾ ਦੀ ਸਿਆਸੀ ਕਿਸਮਤ ਦਾ ਫੈਸਲਾ ਕੀਤਾ। ਸਿਰਫ ਇੰਨੀਆਂ ਵੋਟਾਂ ਨੇ ਹਾਰ ਅਤੇ ਜਿੱਤ ਤੈਅ ਕਰ ਦਿੱਤੀ। ਇਸੇ ਕਰਕੇ ਫਗਵਾੜਾ ਇੱਕ ਅਜਿਹਾ ਸਿਆਸੀ ਮੈਦਾਨ ਬਣ ਗਿਆ ਹੈ ਜਿੱਥੇ ਚੋਣਾਂ ਬਹੁਤ ਹੀ ਮਾਮੂਲੀ ਫਰਕ ਨਾਲ ਜਿੱਤੀਆਂ ਜਾਂ ਹਾਰੀਆਂ ਜਾਂਦੀਆਂ ਹਨ। ਇੱਥੇ ਹਰ ਇੱਕ ਵੋਟ ਦੀ ਕੀਮਤ ਹੈ, ਹਰ ਇੱਕ ਵੋਟ ਫੈਸਲਾਕੁੰਨ ਹੈ। ਜੇਕਰ ਅਸੀਂ ਉਹਨਾਂ 2712 ਵੋਟਾਂ ਨੂੰ ਪ੍ਰਤੀਸ਼ਤ ਵਿੱਚ ਵੇਖੀਏ ਤਾਂ ਇਹ ਫਰਕ ਸਿਰਫ 2.12% ਦਾ ਬਣਦਾ ਹੈ। ਜ਼ਰਾ ਸੋਚੋ, ਇੰਨੇ ਨਾਜ਼ੁਕ ਸਿਆਸੀ ਸੰਤੁਲਨ ਤੇ ਕੋਈ ਵੀ ਛੋਟੀ ਜਿਹੀ ਗੱਲ ਪੂਰੀ ਖੇਡ ਨੂੰ ਬਦਲ ਸਕਦੀ ਹੈ। ਪਰ ਇਹ ਸਭ ਹੋਇਆ ਕਿਵੇਂ? ਇਸ ਸਖਤ ਮੁਕਾਬਲੇ ਪਿੱਛੇ ਦੀ ਅਸਲ ਕਹਾਣੀ ਕੀ ਹੈ? ਇਸ ਦਾ ਜਵਾਬ ਸਾਨੂੰ ਅੰਕੜਿਆਂ ਵਿੱਚ ਮਿਲਦਾ ਹੈ। ਤਾਂ ਆਓ ਇਹਨਾਂ ਨੰਬਰਾਂ ਨੂੰ ਡੀਕੋਡ ਕਰੀਏ ਅਤੇ ਵੇਖੀਏ ਕਿ ਇਹ ਸਾਨੂੰ ਵੋਟਰਾਂ ਬਾਰੇ ਕੀ ਦੱਸਦੇ ਨੇ। ਸਭ ਤੋਂ ਪਹਿਲਾਂ ਆਓ ਵੋਟਰਾਂ ਦੀ ਸ਼ਮੂਲੀਅਤ ਤੇ ਨਜ਼ਰ ਮਾਰੀਏ। 1997 ਤੋਂ ਲੈ ਕੇ 2022 ਤੱਕ ਵੋਟਿੰਗ ਵਿੱਚ ਲਗਾਤਾਰ ਗਿਰਾਵਟ ਆਈ ਹੈ, ਜੋ 66.3% ਤੱਕ ਪਹੁੰਚ ਗਈ। ਕੀ ਇਹ ਵੋਟਰਾਂ ਦੀ ਸਿਆਸਤ ਤੋਂ ਦੂਰੀ ਦਾ ਸੰਕੇਤ ਹੈ ਜਾਂ ਫਿਰ ਕਿਸੇ ਵੱਡੇ ਬਦਲਾਅ ਦੀ ਨਿਸ਼ਾਨੀ? ਅਤੇ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। 2022 ਦੀ ਚੋਣ ਵਿੱਚ ਵੋਟਾਂ ਲਗਭਗ ਬਰਾਬਰ 3 ਮੁੱਖ ਪਾਰਟੀਆਂ ਵਿੱਚ ਵੰਡੀਆਂ ਗਈਆਂ: ਕਾਂਗਰਸ, ਆਮ ਆਦਮੀ ਪਾਰਟੀ ਅਤੇ ਬਸਪਾ। ਜਦੋਂ ਵੋਟ ਇੰਨਾ ਵੰਡਿਆ ਜਾਵੇ ਤਾਂ ਕਿਸੇ ਇੱਕ ਲਈ ਵੀ ਸਪਸ਼ਟ ਜਿੱਤ ਹਾਸਲ ਕਰਨਾ ਬੇਹੱਦ ਔਖਾ ਹੋ ਜਾਂਦਾ ਹੈ। ਹੁਣ ਇਸ ਤਸਵੀਰ ਨੂੰ ਹੋਰ ਸਾਫ਼ ਕਰਨ ਲਈ ਦੋ ਚੋਣਾਂ ਦੀ ਤੁਲਨਾ ਕਰਦੇ ਹਾਂ। 2019 ਦੀ ਜ਼ਿਮਨੀ ਚੋਣ ਵਿੱਚ ਕਾਂਗਰਸ 26,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੀ ਤੇ ਫਿਰ 2022 ਵਿੱਚ ਇਹ ਫਰਕ ਸਿਮਟ ਕੇ 3,000 ਤੋਂ ਵੀ ਘੱਟ ਰਹਿ ਗਿਆ। ਇੰਨਾ ਵੱਡਾ ਬਦਲਾ ਸਿਰਫ 3 ਸਾਲਾਂ ਵਿੱਚ ਇਸ ਹਲਕੇ ਦੀ ਅਸਥਿਰਤਾ ਨੂੰ ਸਾਫ਼ ਦਰਸਾਉਂਦਾ ਹੈ। ਪਰ ਅੰਕੜੇ ਕਹਾਣੀ ਦਾ ਸਿਰਫ ਇੱਕ ਹਿੱਸਾ ਹੁੰਦੇ ਹਨ। ਅਸਲ ਕਹਾਣੀ ਤਾਂ ਲੋਕਾਂ ਦੀ ਹੁੰਦੀ ਹੈ, ਉਹਨਾਂ ਦੀਆਂ ਉਮੀਦਾਂ ਅਤੇ ਮੁਸ਼ਕਿਲਾਂ ਦੀ। ਇਹ ਸਮਝਣਾ ਜ਼ਰੂਰੀ ਹੈ ਕਿ ਸੰਵਿਧਾਨ ਹਰ ਨਾਗਰਿਕ ਨੂੰ ਸਨਮਾਨ ਨਾਲ ਜਿਉਣ ਦਾ ਹੱਕ ਦਿੰਦਾ ਹੈ ਅਤੇ ਉਹਨਾਂ ਦੀ ਆਵਾਜ਼ ਨੂੰ ਸੁਣਿਆ ਜਾਣਾ ਚਾਹੀਦਾ ਹੈ। ਜਨਤਕ ਬਹਿਸ ਜ਼ਿੰਮੇਵਾਰੀ ਨਾਲ ਹੋਣੀ ਚਾਹੀਦੀ ਹੈ, ਨਾ ਕਿ ਸਿਰਫ ਸ਼ੋਰ-ਸ਼ਰਾਬੇ ਨਾਲ। ਤਾਂ ਫਿਰ ਪਾਰਟੀ ਦੀ ਸਿਆਸਤ ਤੋਂ ਪਰੇ ਫਗਵਾੜਾ ਦੇ ਲੋਕ ਅਸਲ ਵਿੱਚ ਚਾਹੁੰਦੇ ਕੀ ਨੇ? ਉਹਨਾਂ ਦੀਆਂ ਬੁਨਿਆਦੀ ਲੋੜਾਂ ਕੀ ਹਨ? ਉਹ ਕਿਹੜੀਆਂ ਸਮੱਸਿਆਵਾਂ ਦਾ ਹੱਲ ਲੱਭ ਰਹੇ ਹਨ? ਦੇਖੋ, ਇਹ ਕੋਈ ਵੱਡੀਆਂ ਸਿਆਸੀ ਵਿਚਾਰਧਾਰਾਵਾਂ ਦੀ ਗੱਲ ਨਹੀਂ, ਇਹ ਰੋਜ਼ਾਨਾ ਦੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਨੇ। ਪਿੰਡਾਂ ਵਿੱਚ ਕਿਸਾਨ ਬਿਜਲੀ ਕੱਟਾਂ ਤੋਂ ਪਰੇਸ਼ਾਨ ਹਨ, ਸ਼ਹਿਰਾਂ ਵਿੱਚ ਪਾਣੀ ਦੀ ਕਿੱਲਤ ਹੈ, ਸੜਕਾਂ ਅਤੇ ਨਾਲੀਆਂ ਦੀ ਹਾਲਤ ਖਰਾਬ ਹੈ ਅਤੇ ਨੌਜਵਾਨਾਂ ਲਈ ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ ਹੈ। ਇਸ ਗੁੰਝਲਦਾਰ ਮਾਹੌਲ ਨੂੰ ਸਮਝ ਕੇ ਇਸ ਦਾ ਹੱਲ ਕਿਵੇਂ ਕੱਢਿਆ ਜਾ ਸਕਦਾ ਹੈ? ਇੱਕ ਪਾਰਟੀ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਕੇ ਜਿੱਤ ਕਿਵੇਂ ਹਾਸਲ ਕਰ ਸਕਦੀ ਹੈ? ਇਸ ਲਈ ਇੱਕ ਖਾਸ ਰਣਨੀਤਕ ਢਾਂਚਾ ਤਿਆਰ ਕੀਤਾ ਗਿਆ ਹੈ। ਇਸ ਨੂੰ ਚਤੁਰਮੁਖੀ ਸਿਧਾਂਤ ਕਿਹਾ ਜਾਂਦਾ ਹੈ। ਸੌਖੇ ਸ਼ਬਦਾਂ ਵਿੱਚ ਇਹ ਇੱਕ ਅਜਿਹੀ ਰਣਨੀਤੀ ਹੈ ਜੋ 4 ਵੱਖ-ਵੱਖ ਮੋਰਚਿਆਂ ਤੇ ਇੱਕੋ ਸਮੇਂ ਕੰਮ ਕਰਦੀ ਹੈ: ਸਹੀ ਵੋਟਰ, ਮਜ਼ਬੂਤ ਸੰਗਠਨ, ਸਪਸ਼ਟ ਸੁਨੇਹਾ ਅਤੇ ਸਰੋਤਾਂ ਦੀ ਸਹੀ ਵਰਤੋਂ। ਆਓ ਇਸ ਦੇ 4 ਥੰਮਾਂ ਨੂੰ ਇੱਕ-ਇੱਕ ਕਰਕੇ ਸਮਝੀਏ। ਪਹਿਲਾ, ਸਹੀ ਵੋਟਰ ਸਮੂਹਾਂ ਦੀ ਪਹਿਚਾਣ ਕਰਨਾ। ਦੂਜਾ, ਪਾਰਟੀ ਨੂੰ ਅੰਦਰੂਨੀ ਤੌਰ ਤੇ ਇਕਜੁੱਟ ਅਤੇ ਮਜ਼ਬੂਤ ਕਰਨਾ। ਤੀਜਾ, ਲੋਕਾਂ ਦੇ ਅਸਲ ਮੁੱਦਿਆਂ ਤੇ ਗੱਲ ਕਰਨਾ। ਅਤੇ ਚੌਥਾ, ਸਾਰੇ ਸਰੋਤਾਂ ਨੂੰ ਯੋਜਨਾਬੱਧ ਤਰੀਕੇ ਨਾਲ ਵਰਤਣਾ। ਕਿਸੇ ਵੀ ਰਣਨੀਤੀ ਦੇ ਕੇਂਦਰ ਵਿੱਚ ਇੱਕ ਚਿਹਰਾ ਹੁੰਦਾ ਹੈ, ਇੱਕ ਆਗੂ। ਇੱਥੇ ਉਹ ਚਿਹਰਾ ਮੌਜੂਦਾ ਵਿਧਾਇਕ ਬਲਵਿੰਦਰ ਸਿੰਘ ਥਾਲੀਵਾਲ ਦਾ ਹੈ। ਆਓ ਉਹਨਾਂ ਦੇ ਪ੍ਰੋਫਾਈਲ ਤੇ ਇੱਕ ਨਜ਼ਰ ਮਾਰੀਏ। ਉਹਨਾਂ ਦਾ ਪ੍ਰੋਫਾਈਲ ਦੇਖੀਏ ਤਾਂ ਦੋਵੇਂ ਪਾਸੇ ਦੀ ਤਸਵੀਰ ਸਾਹਮਣੇ ਆਉਂਦੀ ਹੈ। ਇੱਕ ਪਾਸੇ ਉਹਨਾਂ ਦਾ ਪ੍ਰਸ਼ਾਸਨਿਕ ਤਜਰਬਾ, ਸਾਫ਼ ਅਕਸ ਅਤੇ ਪਾਰਟੀ ਨੂੰ ਇਕਜੁੱਟ ਕਰਨ ਦੀ ਕਾਬਲੀਅਤ ਉਹਨਾਂ ਦੀ ਤਾਕਤ ਹੈ। ਪਰ ਦੂਜੇ ਪਾਸੇ ਕੁਝ ਲੋਕ ਉਹਨਾਂ ਨੂੰ ਬਾਹਰੀ ਸਮਝਦੇ ਹਨ, ਜਿਸ ਕਾਰਨ ਜ਼ਮੀਨੀ ਪੱਧਰ ਤੇ ਹੋਰ ਜੁੜਨ ਦੀ ਚੁਣੌਤੀ ਬਣੀ ਰਹਿੰਦੀ ਹੈ। ਤਾਂ ਫਗਵਾੜਾ ਦੀ ਇਹ ਸਾਰੀ ਕਹਾਣੀ ਸਾਨੂੰ ਸ਼ਾਸਨ ਦੇ ਭਵਿੱਖ ਬਾਰੇ ਕੀ ਦੱਸਦੀ ਹੈ? ਇਹ ਸਾਨੂੰ ਇੱਕ ਵੱਡੀ ਤਬਦੀਲੀ ਵੱਲ ਇਸ਼ਾਰਾ ਕਰਦੀ ਹੈ। ਅਤੇ ਇਹੀ ਅੱਜ ਦੀ ਸਿਆਸਤ ਦਾ ਸਭ ਤੋਂ ਵੱਡਾ ਸੱਚ ਹੈ।
ਜਿੱਤ ਹੁਣ ਸਿਰਫ ਚਿਹਰਿਆਂ ਜਾਂ ਭਾਸ਼ਣਾਂ ਤੇ ਨਿਰਭਰ ਨਹੀਂ ਕਰਦੀ। ਇਹ ਡੇਟਾ ਨੂੰ ਸਮਝਣ, ਉਸ ਦਾ ਸਹੀ ਵਿਸ਼ਲੇਸ਼ਣ ਕਰਨ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਇੱਕ ਸਿਸਟਮ ਦੇ ਤਹਿਤ ਹੱਲ ਕਰਨ ਬਾਰੇ ਹੈ। ਇਹ ਹੁਣ ਇੱਕ ਵਿਗਿਆਨ ਬਣ ਚੁੱਕੀ ਹੈ। ਜਦੋਂ ਅਸੀਂ ਡੇਟਾ ਦੀ ਗੱਲ ਕਰਦੇ ਹਾਂ ਤਾਂ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਲੋਕਾਂ ਦੀ ਨਿੱਜਤਾ ਦਾ ਸਨਮਾਨ ਕੀਤਾ ਜਾਵੇ। ਭਾਰਤ ਦਾ DPDP ਫਰੇਮਵਰਕ ਇਸੇ ਲਈ ਹੈ ਤਾਂ ਕਿ ਨਾਗਰਿਕਾਂ ਦੀ ਜਾਣਕਾਰੀ ਉਹਨਾਂ ਦੀ ਸਹਿਮਤੀ ਨਾਲ ਅਤੇ ਸੁਰੱਖਿਅਤ ਢੰਗ ਨਾਲ ਵਰਤੀ ਜਾਵੇ। ਇੱਕ ਵਧੀਆ ਗੱਲ ਕਹੀ ਗਈ ਹੈ, ਕੰਮ ਕਰਕੇ ਭਰੋਸਾ ਜਿੱਤੋ, ਨਾ ਕਿ ਸਿਰਫ ਸ਼ੋਰ ਮਚਾ ਕੇ। ਅਸਲ ਕੰਮ ਹੀ ਲੋਕਾਂ ਦਾ ਵਿਸ਼ਵਾਸ ਜਿੱਤਦਾ ਹੈ। ਅਤੇ ਅੰਤ ਵਿੱਚ ਇਹ ਸਵਾਲ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਡੇਟਾ ਦੇ ਇਸ ਦੌਰ ਵਿੱਚ ਇੱਕ ਨੇਤਾ ਦੀ ਅਸਲ ਭੂਮਿਕਾ ਬਦਲ ਰਹੀ ਹੈ। ਕੀ ਉਹਨਾਂ ਦਾ ਸਭ ਤੋਂ ਮਹੱਤਵਪੂਰਨ ਕੰਮ ਸਿਰਫ ਚੋਣ ਪ੍ਰਚਾਰ ਕਰਨਾ ਹੈ ਜਾਂ ਇੱਕ ਅਜਿਹਾ ਸਿਸਟਮ ਬਣਾਉਣਾ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੱਚਮੁੱਚ ਸੁਣੇ ਅਤੇ ਉਹਨਾਂ ਦਾ ਹੱਲ ਕਰੇ? ਇਸ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਇੱਕ ਲੋਕ ਕੇਂਦਰਿਤ ਨੇਤਾ ਬਣਨਾ ਚਾਹੁੰਦੇ ਹੋ ਅਤੇ ਆਪਣੇ ਹਲਕੇ ਨੂੰ ਉੱਚਾ ਚੁੱਕਣਾ ਚਾਹੁੰਦੇ ਹੋ ਤਾਂ blueprintstrategies.ai ਤੇ mgr@blueprintstrategies.ai ਤੇ ਸੰਪਰਕ ਕਰੋ ਜਾਂ 080 4204 160 2 ਤੇ ਕਾਲ ਕਰੋ। ਰਾਜਨੀਤੀ ਤੋਂ ਪਰੇ ਇੱਕ ਮਕਸਦ।